हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਸੋ ਦੋਸਤੋ ਲੈ ਕੇ ਆਏ ਹਾਂ ਐਸਐਸਟੀ ਮਾਸਟਰ ਕੇਡਰ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਅੱਜ ਪੋਲੀਟੀਕਲ ਸਾਇੰਸ ਦਾ ਆਪਣਾ ਚੌਥਾ ਲੈਕਚਰ ਹੈ ਜੀ। ਤਿੰਨ ਲੈਕਚਰ ਤੁਸੀਂ ਇਹ ਤੋਂ ਪਹਿਲਾਂ ਪੋਲੀਟੀਕਲ ਸਾਇੰਸ ਦੇ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ 24 ਲੈਕਚਰ ਲਗਭਗ 24 ਲੈਕਚਰ ਹਿਸਟਰੀ ਦੇ ਨਾਲ ਸੰਬੰਧਿਤ ਅਪਡੇਟ ਕੀਤੇ ਹੋਏ ਨੇ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ, ਤੁਹਾਨੂੰ ਸਾਰੇ ਲੈਕਚਰ ਮਿਲਣਗੇ। ਸੋ 4 ਨੰਬਰ ਲੈਕਚਰ ਹੈ ਪੋਲੀਟੀਕਲ ਸਾਇੰਸ ਦਾ ਐਸਐਸਟੀ ਮਾਸਟਰ ਕੇਡਰ ਦੀਆਂ ਪੋਸਟਾਂ ਦੇ ਸੰਬੰਧ ਦੇ ਵਿੱਚ। शुरू करिए जी। पहला प्रश्न संघात्मक शासन प्रणाली के नाल संबंधित प्रश्न होणगे सारे अज। संघात्मक सिस्टम की हुंदा, फैडरल सिस्टम की हुंदा हैगा, ਉਹਦੇ ਬਾਰੇ ਆਪਾਂ ਅੱਜ ਪ੍ਰਸ਼ਨ ਲੈ ਕੇ ਆਏ ਹਾਂ। ਵੈਰੀ ਇੰਪੋਰਟੈਂਟ ਪ੍ਰਸ਼ਨ ਹੋਣਗੇ। ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਰਕਾਰ ਦਾ ਕਿਹੜਾ ਰੂਪ ਕੰਮ ਕਰਦਾ ਹੈ? ਜਦੋਂ ਦੋਸਤੋ ਕੇਂਦਰ ਤੇ ਰਾਜ ਇਹਨਾਂ ਦੇ ਆਪਸੀ ਸੰਬੰਧ ਹੋਣ, ਆਪਸ ਵਿੱਚ ਕਿਸੇ ਵੀ ਵਿਸ਼ੇ ਦੇ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੋਵੇ, ਇਹਨਾਂ ਦੇ ਸੰਬੰਧ ਮਤਲਬ ਉਜਾਗਰ ਹੁੰਦੇ ਹੋਣ, ਹੈ ਨਾ, ਇਹਦੇ ਆਧਾਰ 'ਤੇ ਜਿਹੜਾ ਕੰਮ ਕਰਦੀ ਹੈ ਸਰਕਾਰ ਉਹਨੂੰ ਕੀ ਕਹਿੰਦੇ ਆ? ਸੰਘਾਤਮਕ ਪ੍ਰਣਾਲੀ ਦੀ ਸਰਕਾਰ ਕਹਿੰਦੇ ਆ। ਇਕਾਤਮਕ ਸੰਸਦੀ 1 ਅਤੇ 2 ਦੋਵੇਂ ਸਹੀ ਨੇ। ਸੋ ਕਿਹੜਾ ਉੱਤਰ ਸਹੀ ਹੋਊਗਾ? ਆਪਸ਼ਨ ਨੰਬਰ 4 ਸਹੀ ਹੋਊਗਾ ਜੀ। 1 ਅਤੇ 2 ਮਤਲਬ ਇਹ ਸੰਘਾਤਮਕ ਵੀ ਹੁੰਦੀ ਹੈ, ਇਕਾਤਮਕ ਵੀ ਹੁੰਦੀ ਹੈ। ਸੰਘਾਤਮਕ ਕਿਵੇਂ ਹੁੰਦੀ ਹੈ? ਜਦੋਂ ਮਤਲਬ ਸ਼ਕਤੀਆਂ ਦਾ ਬਟਵਾਰਾ ਕੀਤਾ ਹੋਵੇ ਕੇਂਦਰ ਅਤੇ ਰਾਜ ਦੇ ਵਿੱਚ ਤਾਂ ਉਹ ਸੰਘਾਤਮਕ ਸਿਸਟਮ ਹੋ ਜਾਂਦਾ। ਜਦੋਂ ਇਹ ਅਲੱਗ-ਅਲੱਗ ਕਿਸੇ ਵਿਸ਼ੇ 'ਤੇ ਕੰਮ ਕਰਨ, ਵੀ ਕੋਈ ਵਿਸ਼ਾ ਕੇਂਦਰ ਦੇ ਅਧੀਨ ਹੀ ਹੋਵੇ, ਉਹ 'ਤੇ ਕਾਨੂੰਨ ਜਾਂ ਉਹ 'ਤੇ ਕਾਰਵਾਈ ਸਿਰਫ ਕੇਂਦਰ ਹੀ ਬਣਾ ਸਕਦਾ ਹੋਵੇ, ਜਾਂ ਕੋਈ ਵਿਸ਼ਾ ਇਕੱਲੇ ਰਾਜ ਦੇ ਅਧੀਨ ਹੋਵੇ, ਜਿਵੇਂ ਹੁਣ ਪੰਜਾਬ ਪੁਲਿਸ ਹੈਗੀ ਅਤੇ ਇਹ ਪੰਜਾਬ ਦੇ ਅੰਡਰ ਹੀ ਹੈ। ਇਹਦੇ ਬਾਰੇ 'ਚ ਜਿਹੜਾ ਕੋਈ ਡਿਸੀਜ਼ਨ ਲੈਣਾ ਉਹ ਪੰਜਾਬ ਸਰਕਾਰ ਨੇ ਲੈਣਾ, ਰਾਜ ਨੇ ਲੈਣਾ, ਤਾਂ ਇੱਥੇ ਇਹ ਇਕਾਤਮਕ ਹੋ ਗਈ। ਇੱਥੇ ਇਹ ਇਕਾਤਮਕ ਹੋ ਗਈ ਪ੍ਰਣਾਲੀ। ਜਦੋਂ ਮਤਲਬ ਜਿਵੇਂ ਹੁਣ ਮੰਨ ਲਓ ਆਪਣੀ ਸਿੱਖਿਆ ਪ੍ਰਣਾਲੀ ਆ, ਉਹ ਸੰਘਾਤਮਕ ਸਿਸਟਮ ਦੇ ਅਧੀਨ ਆ ਜਾਂਦੀ ਆ, ਉਹ ਕੇਂਦਰ ਤੋਂ ਚੱਲਦੀ ਹੈਗੀ, ਹੈ ਨਾ। ਸੋ ਇੱਥੇ 1 ਅਤੇ 2 ਦੋਵੇਂ ਆਪਸ਼ਨ ਸਹੀ ਨੇ। ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਜਿਹੜੀ ਸਰਕਾਰ ਕੰਮ ਕਰਦੀ ਹੈ, ਇਹ ਦੋਨੇ ਤਰ੍ਹਾਂ ਦੀ ਹੁੰਦੀ ਹੈ। 1 ਅਤੇ 2 ਆਪਸ਼ਨ ਨੰਬਰ 4 ਸਹੀ ਹੈ ਜੀ। 2 ਨੰਬਰ ਪ੍ਰਸ਼ਨ ਜੀ। ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਸਰਕਾਰ ਦਾ ਕਿਹੜਾ ਰੂਪ ਹੁੰਦਾ ਹੈ? ਮਤਲਬ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਇਹਨਾਂ ਦੇ ਜਦੋਂ ਆਪਸੀ ਸੰਬੰਧਾਂ ਦੇ ਆਧਾਰ 'ਤੇ ਕਿਹੜਾ ਰੂਪ ਹੋਊ? ਸੰਘਾਤਮਕ, ਪ੍ਰਧਾਨਗੀ, ਸੰਸਦੀ 2 ਅਤੇ 3। ਸੋ ਕਿਹੜਾ ਹੋਊਗਾ ਜੀ? ਇਹ 2 ਅਤੇ 3 ਦੇ ਨਾਲ ਜਾਵਾਂਗੇ ਆਪਾਂ। ਪ੍ਰਧਾਨਗੀ ਅਤੇ ਸੰਸਦੀ ਆਪਸ਼ਨ ਨੰਬਰ 4 ਸਹੀ ਹੈ ਜੀ। 3 ਨੰਬਰ ਪ੍ਰਸ਼ਨ ਕਰਦੇ ਹਾਂ। ਇਕਾਤਮਕ ਸ਼ਾਸਨ ਪ੍ਰਣਾਲੀ ਵਾਲੇ ਦੇਸ਼ ਦੱਸੋ। ਮਤਲਬ ਜਿੱਥੇ ਇਕਾਤਮਕ ਸ਼ਾਸਨ ਪ੍ਰਣਾਲੀ ਹੈ, ਜਿੱਥੇ ਸ਼ਕਤੀਆਂ ਦਾ ਵਟਾਂਦਰਾ ਨਹੀਂ ਕੀਤਾ ਹੋਇਆ, ਸ਼ਕਤੀਆਂ ਦਾ ਬਟਵਾਰਾ ਨਹੀਂ ਕੀਤਾ ਹੋਇਆ, ਜਿੱਥੇ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਨੇ, ਸੋ ਉਹ ਕਿਹੜੀ ਸ਼ਾਸਨ ਪ੍ਰਣਾਲੀ ਹੁੰਦੀ ਹੈਗੀ? ਪ੍ਰਧਾਨਗੀ ਸ਼ਾਸਨ ਪ੍ਰਣਾਲੀ, ਇਕਾਤਮਕ ਸ਼ਾਸਨ ਪ੍ਰਣਾਲੀ ਹੁੰਦੀ ਹੈ। ਉਹ ਕਿਹੜੇ ਦੇਸ਼ਾਂ 'ਚ ਹੈ? ਚੀਨ ਦੇ ਵਿੱਚ ਵੀ ਹੈ, ਇੰਗਲੈਂਡ ਦੇ ਵਿੱਚ ਵੀ ਹੈ, ਫਰਾਂਸ 'ਚ ਵੀ ਹੈ। ਇਹ ਤਿੰਨੇ ਦੇਸ਼ਾਂ ਦੇ ਵਿੱਚ ਹੈਗੀ ਹੈ ਜੀ। ਉਪਰੋਕਤ ਸਾਰੇ 4 ਨੰਬਰ ਆਪਸ਼ਨ ਇਹਦੀ ਸਹੀ ਆਊਗਾ। ਇਹਦੇ ਨਾਲ ਤੁਸੀਂ ਇਟਲੀ ਕਰ ਸਕਦੇ ਹੋ। ਇਟਲੀ ਦੇ ਵਿੱਚ ਵੀ ਇਕਾਤਮਕ ਸ਼ਾਸਨ ਪ੍ਰਣਾਲੀ ਹੈ। ਨਾਰਵੇ ਦੇਸ਼ ਹੈ ਜਿਹੜਾ, ਉੱਥੇ ਵੀ ਇਕਾਤਮਕ ਸ਼ਾਸਨ ਪ੍ਰਣਾਲੀ ਹੈ। ਸਵੀਡਨ ਦੇ ਵਿੱਚ ਵੀ ਇਕਾਤਮਕ ਸ਼ਾਸਨ ਪ੍ਰਣਾਲੀ ਹੈ। ਇਕਾਤਮਕ ਨੂੰ ਸਟੇਟ ਸਰਕਾਰ ਵੀ ਕਿਹਾ ਜਾਂਦਾ। ਸਟੇਟ ਸਰਕਾਰ, ਜਿੱਥੇ ਇਕਾਤਮਕ ਨਾਂ ਲਿਖਿਆ ਹੋਵੇ, ਸਟੇਟ ਸਰਕਾਰ ਲਿਖਿਆ ਹੋਵੇ ਨਾ, ਉਹ ਵੀ ਇਕਾਤਮਕ ਸ਼ਾਸਨ ਪ੍ਰਣਾਲੀ ਦਾ ਹੀ ਰੂਪ ਹੁੰਦਾ ਹੈ। ਇਕਾਤਮਕ ਸ਼ਾਸਨ ਪ੍ਰਣਾਲੀ ਨੂੰ ਸਟੇਟ ਰੂਪ ਦੇ ਵਿੱਚ, ਸਟੇਟ ਸਰਕਾਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਸੋ ਇਹ ਸਾਰੇ ਦੇਸ਼ਾਂ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਹੈ। ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਦੇਸ਼ ਹੈ ਜਿਵੇਂ ਭਾਰਤ ਹੈ, ਅਮਰੀਕਾ। ਅੱਗੇ ਪੜ੍ਹਦੇ ਹਾਂ ਆਪਾਂ। 4 ਨੰਬਰ ਪ੍ਰਸ਼ਨ। ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਦੇਸ਼ ਇਹ ਆ ਗਿਆ ਜੀ ਪ੍ਰਸ਼ਨ ਨਾਲ। ਕੈਨੇਡਾ, ਰੂਸ, ਸਵਿਟਜ਼ਰਲੈਂਡ, ਭਾਰਤ ਵੀ ਹੈਗਾ ਇਹਦੇ ਵਿੱਚ। ਦੇਖੋ ਭਾਰਤ ਦੇ ਵਿੱਚ ਵੀ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ। ਫੈਡਰਲ ਸਿਸਟਮ ਅਪਣਾਇਆ ਜਾਂਦਾ ਹੈ। ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦਾ ਬਟਵਾਰਾ ਕੀਤਾ ਹੋਇਆ। ਸੋ ਇਹਦੇ ਵਿੱਚ USA ਕਹਿ ਸਕਦੇ ਹਾਂ, ਅਮਰੀਕਾ, USA ਵੀ ਹੈਗਾ। ਇਹਦੇ ਵਿੱਚ ਅਰਜਨਟੀਨਾ ਵੀ ਆਉਂਦਾ ਹੈਗਾ। ਅਰਜਨਟੀਨਾ ਦਾ ਨਾਂ ਨੋਟ ਕਰ ਸਕਦੇ ਹੋ। ਕੇਂਦਰ ਸਰਕਾਰ ਨੂੰ ਯੂਨੀਅਨ ਸਟੇਟ ਸਰਕਾਰ ਬੋਲਿਆ ਜਾਂਦਾ। ਇਹ ਰੱਖਿਓ ਧਿਆਨ 'ਚ। ਜਿਵੇਂ ਮਤਲਬ ਇਕਾਤਮਕ ਸ਼ਾਸਨ ਪ੍ਰਣਾਲੀ ਨੂੰ ਕਿਹਾ ਜਾਂਦਾ ਸੀ ਸਟੇਟ ਸਰਕਾਰ, ਤਾਂ ਸੰਘਾਤਮਕ ਸ਼ਾਸਨ ਪ੍ਰਣਾਲੀ ਨੂੰ ਯੂਨੀਅਨ ਸਰਕਾਰ ਵੀ ਕਿਹਾ ਜਾਂਦਾ। ਸੋ ਆਪਸ਼ਨ ਨੰਬਰ 4 ਸਹੀ ਸੀ ਪ੍ਰਸ਼ਨ ਦਾ ਜੀ।
5 ਨੰਬਰ ਪ੍ਰਸ਼ਨ ਦੋਸਤੋ, ਸੰਘਾਤਮਕ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ। ਮਤਲਬ ਜਿੱਥੇ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਰਕਾਰ ਕੰਮ ਕਰਦੀ ਆ ਉਹ ਦੇਸ਼ ਦੇ ਵਿੱਚ ਕੀ ਕੀ ਕੰਮ ਹੁੰਦੇ ਨੇ, ਉਹਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ। ਸ਼ਕਤੀਆਂ ਦੀ ਵੰਡ ਹੁੰਦੀ ਆ, ਆਪਾਂ ਦੱਸਿਆ ਬਿਲਕੁਲ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਆ। ਲਿਖਤੀ ਤੇ ਸਰਵਉੱਚ ਸੰਵਿਧਾਨ ਹੁੰਦਾ, ਉਸ ਦੇਸ਼ ਦਾ ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਇੱਕ ਸੰਵਿਧਾਨ ਹੁੰਦਾ ਜੋ ਲਿਖਿਆ ਹੁੰਦਾ ਤੇ ਸਰਵਉੱਚ ਹੁੰਦਾ, ਮਤਲਬ ਉੱਚ ਸ਼ਕਤੀ ਸੰਵਿਧਾਨ ਹੁੰਦਾ। ਸਾਰਾ ਕੁਝ ਸੰਵਿਧਾਨ ਦੇ ਅਕੋਰਡਿੰਗ ਹੀ ਦੇਸ਼ ਦੇ ਵਿੱਚ ਚੱਲਦਾ। 2 ਸਦਨੀ ਵਿਧਾਨ ਪਾਲਿਕਾ ਹੁੰਦੀ ਹੈ, 2 ਸਦਨੀ ਵਿਧਾਨ ਪਾਲਿਕਾ ਹੁੰਦੀ ਹੈ ਜੀ। ਇਹ ਸਾਰੀਆਂ ਗੱਲਾਂ ਸਹੀ ਨੇ, ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਸੰਘਾਤਮਕ ਸ਼ਾਸਨ ਪ੍ਰਣਾਲੀ ਦੀਆਂ। ਉਪਰੋਕਤ ਸਾਰੇ 4 ਨੰਬਰ ਆਪਸ਼ਨ ਸਹੀ ਹੋ ਗਿਆ ਜੀ ਇੱਥੇ ਆਪਣਾ। ਸੋ 6 ਨੰਬਰ ਪ੍ਰਸ਼ਨ ਆ ਜਾਓ ਦੋਸਤੋ, ਇਕਾਤਮਕ ਸ਼ਾਸਨ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਹੁਣ ਜਿੱਥੇ ਸੰਘਾਤਮਕ ਸ਼ਾਸਨ ਪ੍ਰਣਾਲੀ ਨਹੀਂ ਹੈਗੀ, ਪ੍ਰਧਾਨਗੀ ਮੰਡਲ ਦੀ ਸ਼ਕਤ ਹੈਗੀ ਪਾਵਰ, ਕੇਂਦਰ ਦੇ ਅਧੀਨ ਸਾਰੀਆਂ ਸ਼ਕਤੀਆਂ ਕੰਮ ਕਰਦੀਆਂ ਨੇ। ਇਕਾਤਮਕ ਸ਼ਾਸਨ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਸਾਰੀਆਂ ਸ਼ਕਤੀਆਂ ਕੇਂਦਰ ਕੋਲ ਹੈਗੀਆਂ ਨੇ। ਦੇਖੋ ਇਹ ਲਿਖਿਆ ਪਿਆ, ਸੰਵਿਧਾਨ ਕਠੋਰ ਵੀ ਹੋ ਸਕਦਾ ਤੇ ਲਚਕੀਲਾ ਵੀ। ਜੇ ਉਹਨਾਂ ਦਾ ਕੋਈ ਸੰਵਿਧਾਨ ਹੋਊਗਾ ਤਾਂ ਉਹ ਕਠੋਰ ਹੋ ਸਕਦਾ, ਮਤਲਬ ਲਚਕੀਲਾ ਵੀ ਹੋ ਸਕਦਾ। ਮਤਲਬ ਪ੍ਰਧਾਨ ਹੁੰਦਾ ਜਿਹੜਾ ਜਿਹਦੇ ਹੱਥ 'ਚ ਸ਼ਕਤੀ ਆ ਉਹ ਕਿਵੇਂ ਵੀ ਉਹਨੂੰ ਕਾਨੂੰਨ ਨੂੰ ਸੈੱਟ ਕਰ ਸਕਦਾ। ਸੋ 1 ਅਤੇ 2 ਦੋਵੇਂ ਸਹੀ ਨੇ। ਸ਼ਕਤੀਆਂ ਦੀ ਵੰਡ, ਸ਼ਕਤੀਆਂ ਦੀ ਤਾਂ ਵੰਡ ਹੁੰਦੀ ਨਹੀਂ ਦੋਸਤੋ ਇਕਾਤਮਕ ਦੇ ਵਿੱਚ। ਸੋ ਆਪਸ਼ਨ ਨੰਬਰ 3 ਸਹੀ ਹੋਊਗਾ। ਉੱਪਰਲੀਆਂ ਦੋਨੇ ਗੱਲਾਂ ਸਹੀ ਨੇ, 1 ਅਤੇ 2। ਆਪਸ਼ਨ ਨੰਬਰ 3 ਸਹੀ ਹੈ ਜੀ। ਸ਼ਕਤੀਆਂ ਦੀ ਜਿੱਥੇ ਵੰਡ ਹੋਗੀ ਉੱਥੇ ਸੰਘਾਤਮਕ ਫੈਡਰਲ ਸਿਸਟਮ ਦਾ ਆ ਜਾਊਗਾ ਆਧਾਰ। 7 ਨੰਬਰ ਪ੍ਰਸ਼ਨ ਜੀ, ਵਿਸ਼ਵ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਸੰਘਾਤਮਕ ਦੇਸ਼ ਕਿਹੜਾ ਹੈ। ਇੰਗਲੈਂਡ ਹੈ, ਰੂਸ ਹੈ, ਅਮਰੀਕਾ, ਫਰਾਂਸ। ਦੇਖੋ ਇਹ ਸਾਰੇ ਦੇਸ਼ ਨੇ ਜਿਹੜੇ ਇਸ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਨਾਲ ਸੰਬੰਧਿਤ ਨੇ, ਇਹ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ। ਪਰ ਇਹਨਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਕਿਹੜਾ ਹੈ, ਉਹ ਹੈ ਜੀ ਅਮਰੀਕਾ। ਆਪਸ਼ਨ ਨੰਬਰ 3 ਸਹੀ ਹੈ। 1787 ਤੋਂ ਸੰਘਾਤਮਕ ਸਿਸਟਮ ਦੇ ਨਾਲ ਚੱਲਦਾ ਆ ਰਿਹਾ ਇਹ। ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ। ਇਕਹਿਰੀ ਨਾਗਰਿਕਤਾ ਦੇ ਨਾਲ ਲੋਕ ਜਿਉ ਰਹੇ ਨੇ, ਵੋਟ ਪਾ ਰਹੇ ਨੇ। ਸੋ ਕਾਨੂੰਨ ਮਤਲਬ ਰਾਜਾਂ ਅਤੇ ਕੇਂਦਰ ਨੂੰ ਸਮਝ ਕੇ ਹੀ ਬਣਦੇ ਨੇ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਭਾਰਤ ਇਹਦੇ ਵਿੱਚ ਆ ਜਾਂਦਾ। ਭਾਰਤ ਮਤਲਬ ਸੰਘਾਤਮਕ ਪ੍ਰਣਾਲੀ ਨੂੰ ਆਪਾਂ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਸੰਵਿਧਾਨ ਬਣਿਆ, ਅੱਗੇ ਅਪਣਾਇਆ ਜੀ ਆਪਾਂ। ਸੋ ਇਹ 1787 ਤੋਂ ਆ, ਸਾਰਿਆਂ ਤੋਂ ਪੁਰਾਣਾ, ਵਿਸ਼ਵ ਦਾ ਸਭ ਤੋਂ ਪੁਰਾਣਾ ਸੰਘਾਤਮਕ ਦੇਸ਼। ਪ੍ਰਸ਼ਨ ਆਇਆ ਹੋਇਆ ਜੀ ਇਹ ਪਹਿਲਾਂ ਵੀ। 8 ਨੰਬਰ ਪ੍ਰਸ਼ਨ, ਭਾਰਤੀ ਸੰਘਾਤਮਕ ਸ਼ਾਸਨ ਪ੍ਰਣਾਲੀ ਕਿਸ ਦੇਸ਼ ਦੀ ਪ੍ਰਣਾਲੀ 'ਤੇ ਆਧਾਰਿਤ ਹੈ। ਮਤਲਬ ਜਦੋਂ ਦੇਸ਼ ਦਾ ਸੰਵਿਧਾਨ ਬਣ ਰਿਹਾ ਸੀ ਭਾਰਤ ਦਾ, ਆਪਾਂ ਪਹਿਲਾਂ ਬਹੁਤ ਵਾਰੀ ਦੱਸਿਆ ਗਾ ਵੀ 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ। ਜਿੰਨਾ ਕੁਛ ਸੰਵਿਧਾਨ ਦੇ ਵਿੱਚ ਲਿਖਿਆ, ਭਾਰਤੀ ਸੰਵਿਧਾਨ ਦੇ ਵਿੱਚ, ਉਹਦੇ ਵਿੱਚੋਂ ਬਹੁਤ ਜ਼ਿਆਦਾ ਭਾਗ 70% ਭਾਗ ਲਗਭਗ ਇਹ ਤਾਂ ਲਿਆ ਗਿਆ ਸੀ ਇੰਡੀਅਨ ਗੌਰਮੈਂਟ 1935 ਐਕਟ ਸੀ ਜਿਹੜਾ, ਉਹਦੇ ਵਿੱਚੋਂ ਲਿਆ ਗਿਆ। ਪਰ ਜਿਹੜਾ ਬਾਕੀ ਰਹਿੰਦਾ ਭਾਗ ਸੀ ਉਹ 60 ਦੇਸ਼ਾਂ ਦੇ ਸੰਵਿਧਾਨਾਂ ਦੇ ਵਿੱਚੋਂ ਕਿਸੇ 'ਚੋਂ ਕੁਛ ਲਿਆ ਗਿਆ ਜਿਹੜਾ ਚੰਗਾ ਲੱਗਦਾ ਸੀ, ਭਾਰਤ ਦੇ ਅਕੋਰਡਿੰਗ ਸੂਟੇਬਲ ਸੀਗਾ। ਸੌਰੀ। ਸੋ ਮਤਲਬ ਭਾਰਤ ਬਹੁਤ ਜ਼ਿਆਦਾ ਭਿੰਨਤਾਵਾਂ ਵਾਲਾ ਦੇਸ਼ ਹੈ, ਵੱਖ-ਵੱਖ ਧਰਮਾਂ ਵਾਲਾ ਦੇਸ਼ ਹੈ, ਵੱਡਾ ਦੇਸ਼ ਹੈ, ਵੱਡੀ ਜਨਸੰਖਿਆ ਵਾਲਾ ਦੇਸ਼ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਮਹਿਸੂਸ ਹੁੰਦੀ ਸੀ, ਜਿਹੜੇ ਦੇਸ਼ ਦੇ ਸੰਵਿਧਾਨ 'ਚ ਉਹ ਲੈਣੀ ਹੁੰਦੀ ਸੀ, ਆਪਾਂ ਲੈ ਲੈਂਦੇ ਸੀ। ਸੋ ਇੱਥੇ ਹੁਣ ਭਾਰਤੀ ਸੰਘਾਤਮਕ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ ਤੋਂ ਲਈ? ਕੈਨੇਡਾ ਤੋਂ। ਆਪਸ਼ਨ ਨੰਬਰ 2 ਸਹੀ ਹੈ ਜੀ। 9 ਨੰਬਰ ਪ੍ਰਸ਼ਨ, ਅੰਗਰੇਜ਼ੀ ਭਾਸ਼ਾ ਦਾ ਸ਼ਬਦ ਫੈਡਰੇਸ਼ਨ ਕਿਸ ਭਾਸ਼ਾ ਦਾ ਹੈ? ਫਾਰਸੀ ਦਾ, ਲਾਤੀਨੀ ਦਾ, ਹਿੰਦੀ ਦਾ ਜਾਂ ਉਰਦੂ ਦਾ? ਸੋ ਦੋਸਤੋ ਆਪਸ਼ਨ ਨੰਬਰ 2 ਸਹੀ ਹੈ। ਲਾਤੀਨੀ ਭਾਸ਼ਾ ਦਾ ਸ਼ਬਦ ਹੈ ਫੈਡਰੇਸ਼ਨ। ਮਤਲਬ ਇਹ ਫੈਡਰੇਸ਼ਨ ਹੀ ਸੰਘਾਤਮਕ ਸਿਸਟਮ ਨੂੰ ਸੰਬੋਧਿਤ ਕਰਦੀ ਹੈ। ਆਰਟੀਕਲ 1 ਦੇ ਵਿੱਚ ਸ਼ਾਮਲ ਹੈ ਜੀ ਇਹ ਸੰਵਿਧਾਨ ਦੇ ਵਿੱਚ। ਆਰਟੀਕਲ 1 ਹੈ ਨਾ ਜਿਹੜਾ, ਉੱਥੇ ਫੈਡਰੇਸ਼ਨ ਸ਼ਬਦ ਦੀ ਜਿਹੜੀ ਚਰਚਾ ਕੀਤੀ ਗਈ ਹੈ। ਯੂਨੀਅਨ ਆਫ ਸਟੇਟ। 10 ਨੰਬਰ ਪ੍ਰਸ਼ਨ ਜੀ, ਹੇਠਾਂ ਦਿੱਤਿਆਂ ਵਿੱਚ ਕਿਸ ਦੇਸ਼ ਵਿੱਚ ਇਕਹਿਰੀ ਨਾਗਰਿਕਤਾ ਪਾਈ ਜਾਂਦੀ ਹੈ? ਸੰਯੁਕਤ ਰਾਜ ਅਮਰੀਕਾ 'ਚ, ਸਵਿਟਜ਼ਰਲੈਂਡ, ਕੈਨੇਡਾ, ਭਾਰਤ। ਸੋ ਕਿਹੜਾ ਦੇਸ਼ ਆ ਜਿੱਥੇ ਇਕਹਿਰੀ ਨਾਗਰਿਕਤਾ ਪਾਈ ਜਾਂਦੀ ਹੈ ਜੀ? ਮਤਲਬ ਇੱਕ ਵੋਟਰ ਕਾਰਡ ਦੇ ਆਧਾਰ 'ਤੇ ਹੀ ਅਸੀਂ ਕੇਂਦਰ ਦੀ ਸਰਕਾਰ ਵੀ ਚੁਣ ਦਿੰਦੇ ਹਾਂ, ਅਸੀਂ ਰਾਜ ਦੀ ਸਰਕਾਰ ਵੀ ਚੁਣ ਦਿੰਦੇ ਹਾਂ। ਦੇਸੀ ਜੀ ਗੱਲ ਇਹ ਬਣ ਗਈ ਵੀ ਇਕਹਿਰੀ ਨਾਗਰਿਕਤਾ ਗਈ ਉਹ ਭਾਰਤ ਦੇ ਵਿੱਚ ਹੈ ਜੀ। ਦੇਖੋ ਆਪਣੇ ਕੋਲੇ ਵੋਟਰ ਕਾਰਡ ਇੱਕੋ ਹੀ ਹੁੰਦਾ, ਉਸੇ ਵੋਟਰ ਕਾਰਡ ਦੇ ਆਧਾਰ 'ਤੇ ਆਪਾਂ ਕੇਂਦਰ ਦੀ ਸਰਕਾਰ ਵੀ ਚੁਣ ਲੈਂਦੇ ਹਾਂ, ਉਸੇ ਦੇ ਆਧਾਰ 'ਤੇ ਅਸੀਂ ਆਪਣੇ ਰਾਜ ਦੀ ਸਰਕਾਰ ਵੀ ਚੁਣ ਲੈਂਦੇ ਹਾਂ ਜੀ। 11 ਨੰਬਰ ਪ੍ਰਸ਼ਨ ਜੀ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਭਾਰਤ ਨੂੰ ਰਾਜਾਂ ਦਾ ਸੰਗ੍ਰਹਿ ਕਿਹਾ ਗਿਆ ਹੈ? ਸੋ ਇਹ
ਅਨੁਛੇਦ 1 ਦੇ ਵਿੱਚ ਹੈ ਜੀ ਆਪਸ਼ਨ ਨੰਬਰ 1 ਸਹੀ ਹੋਊਗਾ। ਭਾਰਤੀ ਸੰਵਿਧਾਨ ਹੈ ਜਿਹੜਾ ਉਹਦਾ ਕਿਹੜਾ ਅਨੁਛੇਦ ਹੈ ਜਿੱਥੇ ਇਹ ਭਾਰਤ ਨੂੰ ਰਾਜਾਂ ਦਾ ਸੰਗ੍ਰਹਿ, ਮਤਲਬ ਵੀ ਸਾਰੇ ਰਾਜ ਮਿਲ ਕੇ ਦੇਸ਼ ਬਣਦਾ ਹੈ, ਮਤਲਬ ਸਾਰੇ ਰਾਜ ਆਪਸ ਵਿੱਚ ਜੁੜੇ ਹੋਏ ਨੇ, ਸਾਰੇ ਰਾਜਾਂ ਦੀ ਪ੍ਰਤੀਨਿਧਤਾ ਕਰਦੀ ਹੈ ਕੇਂਦਰ ਸਰਕਾਰ। ਇਹ ਸਾਰੀ ਗੱਲਬਾਤ ਅਨੁਛੇਦ 1 ਦੇ ਵਿੱਚ ਦਰਜ ਹੈ ਜੀ। ਸੋ 12 ਨੰਬਰ ਪ੍ਰਸ਼ਨ ਦੋਸਤੋ, ਭਾਰਤ ਸੰਘਾਤਮਕ ਸ਼ਾਸਨ ਵਿੱਚ ਇਕਾਤਮਕਤਾ ਦੇ ਚਿੰਨ੍ਹ ਕਿਹੜੇ ਹਨ? ਗਹਿਰੀ ਨਾਗਰਿਕਤਾ, ਇਕਹਿਰਾ ਵਿਸ਼ਾਲ ਸੰਵਿਧਾਨ, ਮਜ਼ਬੂਤ ਕੇਂਦਰ ਦੀ ਵਿਵਸਥਾ, ਉਪਰੋਕਤ ਸਾਰੇ। ਸੋ ਇਹਦੇ ਵਿੱਚ ਦੇਖੋ ਮਤਲਬ ਨਾ ਇਹ ਪੁੱਛਿਆ ਗਿਆ ਵੀ ਜਦੋਂ ਸੰਘਾਤਮਕ ਸਿਸਟਮ ਜਿਹੜੇ ਦੇਸ਼ 'ਚ ਲਾਗੂ ਹੁੰਦਾ ਹੈ ਤਾਂ ਉਹ ਭਾਰਤ ਦੇ ਵਿੱਚ ਜਿਹੜਾ ਲਾਗੂ ਹੋਇਆ ਇਕਾਤਮਕਤਾ ਨੂੰ ਦਰਸਾਉਂਦਾ ਹੋਇਆ ਚਿੰਨ੍ਹ ਕਿਹੜਾ ਗਾ? ਹੁਣ ਇਕਾਤਮਕਤਾ ਨੂੰ ਦਰਸਾਉਂਦਾ ਹੋਇਆ ਨਾਗਰਿਕਤਾ ਹੀ ਹੈ ਇਕੱਲੀ ਜੀ, ਬਸ ਆਪਸ਼ਨ ਨੰਬਰ 1 ਸਹੀ ਆ, ਜਿਹੜੀ ਇਕਾਤਮਕਤਾ ਨੂੰ ਦਰਸਾਉਂਦੀ ਆ ਵੀ ਇੱਕ ਨਾਗਰਿਕਤਾ ਸਾਡੀ, ਜਿਹਦੇ ਨਾਲ ਅਸੀਂ ਮਤਲਬ ਆਪਣੇ ਦੇਸ਼ ਦੇ ਕੇਂਦਰ ਦੇ ਵਿੱਚ ਵੀ ਸਰਕਾਰ ਚੁਣ ਲੈਂਦੇ ਹਾਂ ਅਤੇ ਰਾਜ ਦੇ ਵਿੱਚ ਵੀ ਸਰਕਾਰ ਚੁਣ ਲੈਂਦੇ ਹਾਂ। ਸੋ ਆਪਸ਼ਨ ਨੰਬਰ ਆਪਾਂ ਨਾ ਇੱਥੇ ਇਹ ਵੀ ਠੀਕ ਹੋ ਗਿਆ ਨਾਲ, ਦੇਖੋ ਸੌਰੀ ਮੈਂ ਤੁਹਾਨੂੰ ਦੱਸਣਾ ਸਾਰਾ ਭੁੱਲ ਗਿਆ, ਮੈਂ ਇਕੱਲੀ ਆਪਸ਼ਨ ਪੜ੍ਹਦਾ ਰਹਿ ਗਿਆ ਇਕੱਲੀ, ਇਹ ਆਪਸ਼ਨ ਠੀਕ ਹੈ, ਨਾਲ ਇਹ ਵੀ ਆਪਸ਼ਨ ਠੀਕ ਹੋਊਗੀ 2 ਨੰਬਰ। ਇਕਹਿਰਾ ਵਿਸ਼ਾਲ ਸੰਵਿਧਾਨ ਵੀ ਤਾਂ ਇੱਕੋ ਹੀ ਹੈ ਆਪਣਾ। ਮਜ਼ਬੂਤ ਕੇਂਦਰ ਦੀ ਵਿਵਸਥਾ, ਜਿਹੜਾ ਕੇਂਦਰ ਹੈ ਆਪਣਾ ਉਹ ਵੀ ਮਜ਼ਬੂਤ ਹੈ, ਰਾਜ ਨਾਲੋਂ ਵੱਧ ਮਜ਼ਬੂਤ ਹੈ, ਅਤੇ ਉਪਰੋਕਤ ਸਾਰੇ ਆਪਸ਼ਨ ਸਹੀ ਆਊਗਾ ਜੀ, ਇੱਥੇ ਟਿਕ ਕਰ ਲਿਓ। ਸੋ ਇਹਨੂੰ ਨੋਟ ਕਰ ਲਿਓ ਜੀ ਗੱਲ ਨੂੰ, ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ। 13 ਨੰਬਰ ਪ੍ਰਸ਼ਨ ਜੀ, ਭਾਰਤ ਵਿੱਚ ਸੰਘਾਤਮਕ ਸ਼ਾਸਨ ਨੂੰ ਇਕਾਤਮਕਤਾ ਵਿੱਚ ਕਦੋਂ ਬਦਲਿਆ ਜਾ ਸਕਦਾ ਹੈ? ਇੱਕ ਗੱਲ ਬੜੀ ਇੰਪੋਰਟੈਂਟ ਆ ਗਈ ਇਹ, ਭਾਰਤ ਦੇ ਵਿੱਚ ਇਹੋ ਜਿਹੀ ਸੰਵਿਧਾਨ ਦੇ ਵਿੱਚ ਵੇਰਵਾ ਵੀ ਦਰਜ ਹੈਗਾ ਵੀ ਵੈਸੇ ਤਾਂ ਇਹ ਸੰਘਾਤਮਕ ਸ਼ਾਸਨ ਦੇ ਅਧੀਨ ਸਰਕਾਰ ਚੱਲਦੀ ਹੈ, ਪਰ ਕਦੇ ਕਦੇ ਕੋਈ ਇਹੋ ਜਿਹੀ ਚੀਜ਼ ਬਣ ਜਾਂਦੀ ਹੈ, ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਜਦੋਂ ਸਾਰੀ ਸ਼ਕਤੀ ਕੇਂਦਰ ਕੋਲ ਆ ਜਾਂਦੀ ਹੈ, ਇਕਾਤਮਕਤਾ ਦੇ ਵਿੱਚ ਬਦਲਿਆ ਜਾਂਦਾ ਹੈਗਾ। ਉਹ ਕਦੋਂ ਬਦਲਿਆ ਜਾਂਦਾ? ਸੰਕਟਕਾਲੀਨ ਘੋਸ਼ਣਾ ਦੇ ਲਾਗੂ ਹੋਣ 'ਤੇ, ਪ੍ਰਧਾਨ ਮੰਤਰੀ ਦੇ ਹੁਕਮ 'ਤੇ, ਸੁਪਰੀਮ ਕੋਰਟ ਦੇ ਜੱਜ ਦੇ ਕਹਿਣ 'ਤੇ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸੋ ਆਹ ਗੱਲਾਂ ਦਾ ਦੇਖੋ ਤਬਦੀਲੀ ਹੁੰਦੀ ਰਹਿੰਦੀ ਹੈ, ਇਹਨਾਂ 'ਚ ਇਹ ਤਾਂ ਕੱਟੀਆਂ ਗਈਆਂ। ਸੰਕਟਕਾਲੀਨ ਘੋਸ਼ਣਾ ਦੇ ਲਾਗੂ ਹੋਣ 'ਤੇ ਜਦੋਂ ਕੋਈ ਐਮਰਜੈਂਸੀ ਹੋ ਜੇ ਤਾਂ ਉਦੋਂ ਮਤਲਬ ਸਾਰੀ ਸ਼ਕਤੀ ਕੇਂਦਰ ਕੋਲੇ ਚਲੀ ਜਾਂਦੀ ਹੈ। ਜਿਵੇਂ ਹੁਣ ਪੰਜਾਬ ਦੇ ਵਿੱਚ ਨਾ ਪਿਛਲੇ ਸਮੇਂ ਦੇ ਵਿੱਚ ਲੋਕ ਕਹੀ ਜਾਂਦੇ ਰਹਿੰਦੇ ਸੀ ਵੀ ਮਤਲਬ ਰਾਸ਼ਟਰਪਤੀ ਰਾਜ ਲੱਗੂਗਾ ਇੱਥੇ, ਹੈ ਨਾ, ਐਮਰਜੈਂਸੀ ਲੱਗੂਗੀ, ਤਾਂ ਉਹ ਸਾਰੀ ਸ਼ਕਤੀ ਕੇਂਦਰ ਕੋਲੇ ਚਲੀ ਜਾਂਦੀ, ਫਿਰ ਇੱਕ ਰਾਜ ਦੇ ਕੋਲੇ ਸ਼ਕਤੀ ਨਹੀਂ ਰਹਿੰਦੀ ਸੀ। ਜਦੋਂ ਸੰਕਟਕਾਲੀਨ ਘੋਸ਼ਣਾ ਹੋ ਜੇ ਤਾਂ ਰਾਜ ਦੀ ਸ਼ਕਤੀ ਵੀ ਸਿੱਧੀ ਡਾਇਰੈਕਟ ਕੇਂਦਰ ਕੋਲੇ ਚਲੀ ਜਾਂਦੀ ਹੈ, ਤਾਂ ਉੱਥੇ ਇਕਾਤਮਕਤਾ ਲਾਗੂ ਹੋ ਜਾਂਦੀ ਹੈ। ਸੋ ਅਗਲਾ ਪ੍ਰਸ਼ਨ 14 ਨੰਬਰ ਜੀ, ਕਿਸ ਵਿਅਕਤੀ ਨੇ ਭਾਰਤੀ ਸੰਘਾਤਮਕ ਪ੍ਰਬੰਧ ਨੂੰ ਮਜ਼ਬੂਤ ਕੇਂਦਰ ਵਾਲੀ ਸੰਘਾਤਮਕ ਵਿਵਸਥਾ ਦਾ ਨਾਂ ਦਿੱਤਾ ਹੈ? ਸੋ ਕਿਹੜਾ ਵਿਅਕਤੀ ਸੀ ਜਿਹਨੇ ਭਾਰਤੀ ਸੰਘਾਤਮਕ ਪ੍ਰਬੰਧ ਸੀ ਜਿਹੜਾ ਉਹਨੂੰ ਮਜ਼ਬੂਤ ਕੇਂਦਰ ਵਾਲੀ ਸੰਘਾਤਮਕ ਵੀ ਕੇਂਦਰ ਮਜ਼ਬੂਤ ਹੈ, ਮਤਲਬ ਸਿੱਧੀ ਜੀ ਗੱਲ ਇਹ ਹੈ ਵੀ ਉਹ ਕਿਹੜਾ ਵਿਅਕਤੀ ਹੈ ਜਿਹਨੇ ਕਿਹਾ ਵੀ ਕੇਂਦਰ ਵੱਧ ਮਜ਼ਬੂਤ ਹੈ? KS ਵਹੀਲਰ, ਗ੍ਰੇਨਵਿਲ ਆਸਟਿਨ, ਮੋਰਿਸ ਜਾਨਸ, ਆਈਵਨ ਜੈਨਿੰਗਸ। ਸੋ ਇਹ ਸੀ ਆਪਸ਼ਨ ਨੰਬਰ 2 ਸਹੀ ਹੈ ਜੀ, ਗ੍ਰੇਨਵਿਲ ਆਸਟਿਨ, ਆਪਸ਼ਨ ਨੰਬਰ 2 ਸਹੀ ਹੈ। 15 ਨੰਬਰ ਪ੍ਰਸ਼ਨ ਦੋਸਤੋ, ਜਿਹੜੇ ਦੋਸਤਾਂ ਨੇ ਨੋਟਸ ਵਗੈਰਾ ਲੈਣੇ ਨੇ ਉਹ ਫੋਨ ਕਰ ਸਕਦੇ ਆ 88 474 77 007 'ਤੇ। ਸੋ SST ਦੇ ਨਾਲ ਸੰਬੰਧਿਤ ਸਾਰੇ ਨੋਟਸ ਤੁਹਾਨੂੰ ਟਾਈਪ ਕੀਤੇ ਹੋਏ ਮਿਲ ਜਾਣਗੇ। ਸੋ 15 ਨੰਬਰ ਪ੍ਰਸ਼ਨ ਜੀ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਹਨ? ਇਕਾਤਮਕਤਾ ਗੀ, ਸੰਘਾਤਮਕਤਾ ਗੀ, ਇਕਾਤਮਕ ਵਿਸ਼ੇਸ਼ਤਾ ਵਾਲਾ ਸੰਘੀ ਪ੍ਰਬੰਧ, ਸੰਘੀ ਪ੍ਰਣਾਲੀ ਨਾਲ ਇਕਾਤਮਕਤਾ ਸ਼ਕਤੀਆਂ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਥੋੜ੍ਹਾ ਜਿਹਾ ਟੇਢਾ ਪ੍ਰਸ਼ਨ ਹੈਗਾ, ਇਕਾਤਮਕਤਾ ਵੀ ਆ ਜਾਂਦੀ ਹੈ, ਸੰਘਾਤਮਕਤਾ ਵੀ ਆ ਜਾਂਦੀ ਹੈ। ਜੇ ਤਾਂ ਇੱਥੇ ਲਿਖਿਆ ਹੁੰਦਾ ਵੀ 1 ਅਤੇ 2 ਸਹੀ ਹਨ ਫਿਰ ਤਾਂ ਆਪਾਂ ਉਹ ਟਿਕ ਕਰ ਦਿੰਦੇ, ਪਰ ਇੱਥੇ ਹੁਣ ਮਤਲਬ ਇਹ ਸਾਰੀਆਂ ਆਪਸ਼ਨਾਂ ਇੱਦਾਂ ਦੀਆਂ ਨੇ ਵੀ ਇੱਕ ਆਪਸ਼ਨ ਲੱਭਣੀ ਪਊਗੀ, ਇਕਾਤਮਕ ਵਿਸ਼ੇਸ਼ਤਾਵਾਂ ਵਾਲਾ ਸੰਘੀ ਪ੍ਰਬੰਧ, ਮਤਲਬ ਸ਼ਕਤੀਆਂ ਕੇਂਦਰ ਕੋਲ ਨੇ ਪਰ ਨਾਲ ਰਾਜਾਂ ਕੋਲੇ ਵੀ ਸ਼ਕਤੀਆਂ ਦਾ ਬਟਵਾਰਾ ਕੀਤਾ ਹੋਇਆ, ਸੰਘੀ ਪ੍ਰਬੰਧ ਦੇ ਆਧਾਰ 'ਤੇ ਕੰਮ ਚੱਲਦਾ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇੱਕ ਥੋੜ੍ਹਾ ਜਿਹਾ ਤੁਹਾਨੂੰ ਨੋਟ ਕਰਾ ਦਈਏ ਵੀ ਕੇਂਦਰ ਕਿੰਨੇ ਵਿਸ਼ਿਆਂ 'ਤੇ ਕੰਮ ਕਰਦਾ? 100 'ਤੇ ਕੰਮ ਕਰਦਾ ਜੀ ਕੇਂਦਰ। ਰਾਜ ਸੂਚੀ ਦੇ ਵਿੱਚ ਕਿੰਨੇ ਨੇਗੇ? 61। ਸਮਵਰਤੀ ਸੂਚੀ ਜਿਹੜੀ ਕੇਂਦਰ ਤੇ ਰਾਜ ਦੋਨੇ ਸਾਂਝਾ ਕੰਮ ਕਰਦੇ ਨੇ ਉਹ ਨੇ ਜੀ 52। ਇੱਥੇ ਨਾ ਇੱਕ ਸਵਾਲ ਕਈ ਵਾਰ ਪੈਦਾ ਹੁੰਦਾ ਸੀ, ਜਿਹੜੇ ਮਤਲਬ 18-20 ਸਾਲ ਤੋਂ ਪੰਜਾਬ ਰਾਜ ਦੇ ਵਿੱਚ ਕੱਚੇ ਅਧਿਆਪਕ ਕੰਮ ਕਰਦੇ ਨੇ, ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਬਹੁਤ ਵਾਰ ਵੀ ਸਾਨੂੰ 18-20 ਸਾਲ ਹੋ ਗਏ, ਸਰਕਾਰ ਸਾਨੂੰ ਪੱਕਾ ਕਿਉਂ ਨਹੀਂ ਕਰ ਰਹੀ?
ਇਹ ਉਹ ਇਸ ਚੀਜ਼ ਦੇ ਨਾਲ ਜੁੜੀ ਹੋਈ ਗੱਲ ਹੈ ਜੀ। ਇਸ ਚੀਜ਼ ਨੂੰ ਪੜ੍ਹੋਗੇ ਨਾ, 52 ਵਿਸ਼ਿਆਂ ਨੂੰ ਪੜ੍ਹੋਗੇ ਜਦੋਂ, ਉਦੋਂ ਤੁਹਾਨੂੰ ਦਿਮਾਗ ਖੁੱਲੂਗਾ ਵੀ ਇਹ ਸਾਨੂੰ ਪੱਕੇ ਕਿਉਂ ਨਹੀਂ ਕਰਦੀ, ਸਿੱਧੇ ਡਾਇਰੈਕਟ ਪੱਕੇ ਕਿਉਂ ਨਹੀਂ ਕਰਦੀ। ਦੋਸਤਾਂ ਮਿੱਤਰਾਂ ਨੂੰ ਦੱਸਿਓ, ਇਹ ਜਿਹੜਾ ਹੈਗਾ ਸਿੱਖਿਆ ਦਾ ਵਿਸ਼ਾ ਜਿਹੜਾ ਉਹ ਇਹਨਾਂ 52 ਵਿਸ਼ਿਆਂ ਦੇ ਵਿੱਚ ਆਉਂਦਾ ਹੈ। 52 ਵਿਸ਼ਿਆਂ ਦਾ ਮਤਲਬ ਕੀ ਹੈ ਵੀ ਕੇਂਦਰ ਤੇ ਰਾਜਾਂ ਦਾ ਦੋਨਾਂ ਦਾ ਸੰਬੰਧ ਹੁੰਦਾ। ਇਹਦੇ ਵਿੱਚ ਇਹ ਸ਼ਕਤੀਆਂ ਕੇਂਦਰ ਕੋਲੇ ਜ਼ਿਆਦਾ ਹੁੰਦੀਆਂ ਨੇ, ਪਾਵਰ ਹੁੰਦੀ ਹੈ, ਤਾਂ ਇੱਕ ਰਾਜ ਸਰਕਾਰ ਇਹਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰ ਸਕਦੀ। ਕੇਂਦਰ ਨੇ ਜਿਹੜੇ ਕਾਨੂੰਨ ਬਣਾਤੇ ਉਹ ਫੋਲੋ ਕਰਨੇ ਪੈਣਗੇ, ਉਹ ਕਾਨੂੰਨਾਂ ਦੇ ਵਿੱਚੋਂ ਲੰਘਣਾ ਪੈਂਦਾ। ਸੋ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।